ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਵਿਸ਼ੇਸ਼ ਪ੍ਰੋਗਰਾਮ ਕਲਗੀਧਰ ਪਾਤਸ਼ਾਹ ਦੇ ਸਿਖਰਲੇ 52 ਬਚਨ ਵਿੱਚ ਆਪ ਜੀ ਦਾ ਸਵਾਗਤ ਹੈ। ਲੜੀਵਾਰ ਚੱਲ ਰਿਹਾ ਪ੍ਰੋਗਰਾਮ ਤੇ ਲੜੀਵਾਰ ਚੱਲਦਾ ਚੱਲਦਾ ਇਹ ਪ੍ਰੋਗਰਾਮ 20ਵੇਂ ਬਚਨ ਤੱਕ ਪਹੁੰਚਿਆ ਹੈ। ਕਲਗੀਧਰ ਪਾਤਸ਼ਾਹ ਦਾ 52 ਬਚਨਾਂ ਦੇ ਵਿੱਚੋਂ 20ਵਾਂ ਬਚਨ ਹੈ, ਗੁਰਬਾਣੀ ਦਾ ਕੀਰਤਨ ਤੇ ਕਥਾ ਹਰ ਰੋਜ਼ ਸੁਣਨਾ ਤੇ ਕਰਨਾ। ਸੋ ਸਿੱਖ ਨੂੰ ਹਦਾਇਤ ਹੈ ਕਿ ਉਸਨੇ ਗੁਰਬਾਣੀ ਦਾ ਕੀਰਤਨ ਤੇ ਕਥਾ ਸੁਣਨਾ ਵੀ ਹੈ ਤੇ ਕਰਨਾ ਵੀ ਹੈ। ਕੀਰਤਨ ਤੇ ਕਥਾ ਸੁਣਨ ਦੇ ਨਾਲ ਨਾਲ ਜਦੋਂ ਕਰਨ ਦੀ ਗੱਲ ਸਤਿਗੁਰੂ ਨੇ ਕਹੀ ਹੈ, ਇਹਦਾ ਮਤਲਬ ਕਿ ਕੀਰਤਨ ਕਥਾ ਜਦੋਂ ਅਸੀਂ ਧਿਆਨ ਦੇ ਨਾਲ ਸੁਣਦੇ ਹੋਵਾਂਗੇ, ਲੰਮੇ ਟਾਈਮ ਲਈ ਸਰੋਤੇ ਹੋਵਾਂਗੇ, ਤਾਂ ਅਸੀਂ ਉਸ ਕਰਤ ਵਿਦਿਆ ਦੇ ਵੀ ਅਭਿਆਸੀ ਬਣ ਜਾਵਾਂਗੇ। ਸਾਡੇ ਕੋਲ ਦੂਜਿਆਂ ਦੀ ਮੁਥਾਜੀ ਨਹੀਂ ਰਹੇਗੀ। ਸੋ ਇੱਕ ਪੁਜਾਰੀ ਕਲਾਸ ਨਹੀਂ ਬਣੇਗੀ, ਇੱਕ ਸਪੈਸ਼ਲ ਕਲਾਸ ਨਹੀਂ ਬਣੇਗੀ। ਖਾਲਸਾ ਖਾਸ ਰਹੇਗਾ ਗੁਰੂ ਦਾ। ਸੋ ਗੁਰੂ ਕੇ ਸਿੱਖ ਨੇ ਕੀਰਤਨ ਕਰਨਾ ਵੀ ਹੈ, ਸੁਣਨਾ ਵੀ ਹੈ, ਕਥਾ ਸੁਣਨੀ ਵੀ ਹੈ, ਕਰਨੀ ਵੀ ਹੈ। ਔਰ ਜਿਸ ਗੱਲ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਵਿਚਾਰ ਨਾਲ, ਡੂੰਘੀ ਵਿਚਾਰ ਨਾਲ ਦੇਖਣਾ, ਸਤਿਗੁਰੂ ਦੇ ਇਸ ਬਚਨ ਨੂੰ ਸ਼ੁਰੂ ਕਰੀਏ ਤਾਂ ਗੁਰਬਾਣੀ ਦੇ ਵਿੱਚ ਵਾਰ-ਵਾਰ ਹੁਕਮ ਨੇ ਸਿੱਖ ਨੂੰ, ਸਤਿਗੁਰੂ ਦੇ, ਕਿ ਸਿੱਖ ਤੂੰ ਗੁਰਬਾਣੀ ਦਾ ਹੀ ਓਟ ਆਸਰਾ ਲੈਣਾ ਹੈ। ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਸੁਣਨੀ ਹੈ, ਗੁਰਬਾਣੀ ਗਾਉਣੀ ਹੈ, ਗੁਰਬਾਣੀ ਵਿਚਾਰਨੀ ਹੈ, ਗੁਰਬਾਣੀ ਨੂੰ ਸਮਝਣਾ ਹੈ, ਗੁਰਬਾਣੀ ਨੂੰ ਮੰਨਣਾ ਹੈ, ਗੁਰਬਾਣੀ ਨੂੰ ਧਾਰਨਾ ਹੈ, ਗੁਰਬਾਣੀ ਨੂੰ ਆਪਣੀ ਜੀਵਨ ਜਾਚ ਬਣਾਉਣਾ ਹੈ। ਤੇ ਸਿੱਖ ਨੇ ਹੌਲੀ ਹੌਲੀ ਗੁਰਬਾਣੀ ਹੀ ਬਣ ਜਾਣਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਤੇ ਗੁਰਬਾਣੀ ਬਣਿਆ ਹੋਇਆ ਮਨੁੱਖ ਹੀ ਸਤਿਗੁਰ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਗੁਰਬਾਣੀ ਬਣਿਆ ਹੋਇਆ ਮਨੁੱਖ ਹੀ ਸੱਚਖੰਡ ਦੇ ਵਿੱਚ ਜਾ ਕੇ ਸਤਿਗੁਰ ਦੇ ਕੋਲ ਬੈਠਦਾ ਹੈ, ਬਿਰਾਜਦਾ ਹੈ। ਇਦੂਰੇ ਗੁਜ਼ਾਰਾ ਨਹੀਂ, ਇਦੂਰੇ ਮੇਲ ਵੀ ਨਹੀਂ। ਗੁਰਬਾਣੀ ਦੇ ਰਾਹੀਂ ਮੇਲ ਹੋਣਾ ਹੈ, ਗੁਰਬਾਣੀ ਬਣਿਆ ਮੇਲ ਹੋਣਾ। ਇਹ ਸਤਿਗੁਰ ਨੇ ਗੁਰਬਾਣੀ ਦੇ ਅੰਦਰ ਹੀ ਸਾਨੂੰ ਜਿਹੜੀ ਇੱਕ ਤਰ੍ਹਾਂ ਦੀ ਸੇਧ ਦਿੱਤੀ ਹੋਈ ਹੈ। ਤੇ ਗੁਰਬਾਣੀ ਬਣਨ ਦਾ ਸਭ ਤੋਂ ਸੌਖਾ ਵਸੀਲਾ, ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ, ਗੁਰਬਾਣੀ ਵਿਚਾਰੀਏ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਗੁਰਬਾਣੀ ਦਾ ਕੀਰਤਨ ਵੀ ਕਰੀਏ, ਗਾਈਏ ਵੀ ਗੁਰਬਾਣੀ ਨੂੰ, ਤੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦੀ ਕਥਾ ਵੀ ਕਰੀਏ। ਗੁਰਬਾਣੀ ਵਿਚਾਰਨ ਦਾ ਮਤਲਬ ਹੈ ਗੁਰਬਾਣੀ ਦੀ ਕਥਾ ਸੁਣਨੀ ਤੇ ਕਰਨੀ। ਗੁਰਬਾਣੀ ਦਾ ਕੀਰਤਨ ਦਾ ਮਤਲਬ ਹੈ ਇਹਦੇ ਰਾਹੀਂ ਸਤਿਗੁਰੂ ਦਾ ਜਸ ਕਰਨਾ। ਕੀਰਤਨ ਕਰਦਿਆਂ ਕਰਦਿਆਂ ਗੁਰਬਾਣੀ ਹੀ ਬਣ ਜਾਣਾ। ਸੋ ਇਹ ਸਤਿਗੁਰੂ ਦਾ ਕਲਗੀਧਰ ਪਾਤਸ਼ਾਹ ਦਾ 52 ਬਚਨਾਂ ਦੇ ਵਿੱਚੋਂ 20ਵਾਂ ਬਚਨ ਹੈ, ਗੁਰਬਾਣੀ ਦਾ ਕੀਰਤਨ ਤੇ ਕਥਾ ਰੋਜ਼ ਕਰਨਾ ਤੇ ਰੋਜ਼ ਸੁਣਨਾ। ਜੇ ਕਿਤੇ ਇਹ ਗੱਲ ਆਪਾਂ ਰਹਿਤਨਾਮਾ ਨਾਲ ਜੁੜ ਕੇ ਗੱਲ ਕਰੀਏ ਤੇ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਸਿੱਖ ਹੋਏ ਨੇ, ਹਜ਼ੂਰੀ ਕਵੀ ਹੋਏ ਨੇ। ਬੜਾ ਮਸ਼ਹੂਰ ਨਾਂ ਆਪਾਂ ਸਾਰੇ ਜਾਣਦੇ ਹਾਂ, ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਜੀ ਨੇ ਕਲਗੀਧਰ ਪਾਤਸ਼ਾਹ ਨਾਲ ਗੱਲਾਂ ਬਾਤਾਂ ਕਰਦਿਆਂ, ਕਲਗੀਧਰ ਪਾਤਸ਼ਾਹ ਨਾਲ ਬਚਨ ਵਿਲਾਸ ਕਰਦਿਆਂ, ਕਲਗੀਧਰ ਪਾਤਸ਼ਾਹ ਦੇ ਅੱਗੇ ਸਵਾਲ ਕਰਦਿਆਂ, ਪ੍ਰਸ਼ਨ ਕਰਦਿਆਂ, ਉਹਨਾਂ ਦੇ ਜਵਾਬ ਲੈਂਦਿਆਂ, ਉੱਤਰ ਲੈਂਦਿਆਂ ਰਹਿਤਨਾਮਾ ਵੀ ਲਿਖਿਆ ਤੇ ਤਨਖਾਹਨਾਮਾ ਵੀ ਲਿਖਿਆ। ਤੇ ਤਨਖਾਹਨਾਮਾ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਹਦਾਇਤ ਦਿੱਤੀ ਹੈ ਸਤਿਗੁਰੂ ਦੇ ਇਸ ਬਚਨ ਦੇ ਨਾਲ ਜੁੜ ਕੇ, ਕਹਿੰਦੇ ਪ੍ਰੰਤੇ ਕਾਲ ਸਤ ਸੰਗ ਨਾ ਜਾਵੇ। ਤਨਖਾਹਨਾਮਾ ਭਾਈ ਨੰਦ ਲਾਲ ਜੀ, ਹਜ਼ੂਰੀ ਕਵੀ ਸਤਿਗੁਰੂ ਦੇ, ਕਹਿੰਦੇ ਪ੍ਰੰਤੇ ਕਾਲ ਸਤ ਸੰਗ ਨਾ ਜਾਵੇ, ਤਨਖਾਹਦਾਰ ਵਹਿ ਵੱਡਾ ਕਹਾਵੇ, ਸਤ ਸੰਗ ਜਾਏ ਕਰ ਚਿੱਤ ਢਲਾਵੇ, ਇਹਾਂ ਉਹਾਂ ਠੌਰ ਨਾ ਪਾਵੇ, ਹਰ ਜਸ ਸੁਣ ਤੇ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜੰਮਪੁਰ ਜਾਵੇ। ਦੇਖੋ, ਗੁਰਬਾਣੀ ਦੀ ਕਥਾ ਤੇ ਕੀਰਤਨ ਸੁਣਨ ਲਈ ਸਤਸੰਗ 'ਚ ਜਾਣਾ ਹੈ। ਤੇ ਭਾਈ ਨੰਦ ਲਾਲ ਜੀ ਨੇ ਹੁਕਮ ਕਰਤਾ ਸਤਸੰਗ 'ਚ ਬੈਠ ਕੇ ਸੁਣਨਾ ਹੈ, ਸਤਸੰਗੀਆਂ 'ਚ ਬੈਠ ਕੇ ਸੁਣਨਾ ਹੈ, ਸੰਗਤ 'ਚ ਬੈਠ ਕੇ ਸੁਣਨਾ ਹੈ। ਤੇ ਪ੍ਰਾਂਤੇ ਕਾਲ ਸਤਸੰਗ ਨਾ ਜਾਵੇ, ਜਿਹੜਾ ਸਤਸੰਗ 'ਚ ਜਾਂਦਾ ਹੀ ਨਹੀਂ, ਤੇ ਇਸ ਵਾਰ ਇਹਦਾ ਮਤਲਬ ਉਹਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਗੁਰੂ ਦਾ ਆਦੇਸ਼ ਨਹੀਂ ਮੰਨਿਆ। ਤੇ ਜਿਹਨੇ ਗੁਰੂ ਦਾ ਆਦੇਸ਼ ਨਹੀਂ ਮੰਨਿਆ, ਤਨਖਾਹਦਾਰ ਵੈ ਵੱਡਾ ਕਹਾਵੇ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਦੀਵਾਨ ਸਤਸੰਗ ਦੇ ਵਿੱਚ ਦੀਵਾਨ 'ਚ ਜਾਂਦਾ ਨਹੀਂ, ਗੁਰਬਾਣੀ ਸੁਣਦਾ ਨਹੀਂ, ਗੁਰਬਾਣੀ ਗਾਉਂਦਾ ਨਹੀਂ, ਗੁਰਬਾਣੀ ਪੜ੍ਹਦਾ ਨਹੀਂ, ਕੀਰਤਨ ਸੁਣਦਾ ਨਹੀਂ, ਕੀਰਤਨ ਕਰਦਾ ਨਹੀਂ,
कथा सुनदा नहीं, कथा करदा नहीं, जुड़दा नहीं गुरु दे नाल। फिर वो कहंदे भाई नंद लाल जी तनखाहदार वह बड़ा कहावे पर सत्संग चले गया, उदू गांह दी गल। उत्थे जाके तेरा मन डोलदा रहा, तू ना कथा च मन टकाया ना कीर्तन च मन टकाया, तू आले दुआला ही झाकदा रहा, मन का टका ही नहीं आउण दिता, अपने आप च टिक के बैठिया ही नहीं, गुरबाणी च टिक के बैठिया ही नहीं, गुरबाणी च मन लाया ही नहीं, ना कीर्तन सुनिया। सिख ने गुरबाणी दा कीर्तन ते कथा सुनना भी ते करना भी, सुनना भी ते करना दे नाल मतलब सुनदियां सुनदियां करना नाल नाल, जे तेरा मन टिकिया होवे तो जुड़िया हैगा विच, सुनदियां सुनदियां नाल कीर्तन दे नाल कीर्तन करी भी जावेगा, कथा सुनदियां सुनदियां नाल कथा करी भी तेरे अंदर भी चली करी भी जाएगा। पर जे तू सुनन ते करन वाली अवस्था दे विच नहीं पहुंचिया, तू अपना मन टिकाया नहीं, तो फिर भाई नंद लाल जी कहंदे ने तनखाहनामे दे विच, सतसंग जाए कर चित डलावे। तेरा चित्त तो डोलदा रहा, इधर उधर ही भटकदा रहा, मन कदी किते चल गया, कदी किते चल गया, सत्संग तो टिकिया ही नहीं। तो जे नहीं टिकिया, इहां उहां ठौर ना पावे। जे भाई तू सतसंग दे विच ही नहीं टिकिया, गुरबाणी नूं सुणदियां पढ़दियां ही नहीं टिकिया, कथा सुणदियां ही नहीं टिकिया, कीर्तन सुणदियां करदियां ही नहीं टिकिया, तो फिर होर तू कित्थे टिकना। इहां उहां ठौर ना पावे, तैनूं टिकाणा कदी मिलना ही नहीं, तैनूं जे इत्थे नहीं टिकाया। जिन्हों सतसंग च टिका नहीं आया, उन्होंने किते होर टिकाणा मिलना ही नहीं। इसे करके गुरसिख कहंदे ने, जिहदी गुरु नानक दे दरों ना पूरी पई, जिथे मर्जी भज लवे, जिथे मर्जी चल जाए, जेड़े मर्जी डेरे ते चल जाए, जेड़ी मर्जी अनमत चल जाए, जिदों तो मर्जी जाके नाम लैंदा फिरे, जे गुरु नानक दे दर ते आके वो नहीं टिका हो सके तो किते टिका नहीं होना। दोबारा दोहरा लीए भाई नंद लाल दा वचन, सतसंग जाए कर चित डलावे, इहां उहां ठौर ना पावे, होर किते फिर टिकाणा नहीं मिलना, टिका आउणा नहीं उहनूं। ते अगली गल फिर वो भी टिका नाल जुड़ी हुई कि चल रहा कीर्तन, चल रही कथा, चल रहा हरि जस, सिफत हो रही उस अकाल पुरख परमात्मा की, सिफत हो रही सतगुर की, कीर्तन ते कथा चल रहा, पर सिख उत्थे जाके की करे, संगत च बैठ के हर जस सुनते बात चलावै। एक बने तो हर जस चल रहा, दूजे बने अपनी गल्लां करता रहे, अपनियां गल्लां करता रहे, अपने कारोबार दी गल्लां करता रहे, अपने सुख दुख दी गल्लां करता रहे, गलड़ी बन जाए उत्थे जाके संगत दे विच भी। हर जस सुनते बात चलावे, कहे गोबिंद सिंह जमपुर जावै। कि गुरु गोबिंद सिंह ने हुक्म किया होया, ये गुरु गोबिंद सिंह ने मुखारबंद तो गल सुनी है कि जिहड़ा सतसंग च बैठ के बात चलावेगा, अपनी बात करेगा, अपने दुखा सुखा की गल सत्संग च करता रहेगा, अपनियां गल्लां इधर उधर दियां करता रहेगा, अपने कारोबार दियां गल्लां करता रहेगा, अपनी धीआं पुत्तां दियां गल्लां करता रहेगा, अपनी दुनियावी गल्लां करता रहेगा। सत्संग च बैठा जो कीर्तन चल रहा, जो कथा चल रही, कहे गोबिंद सिंह जमपुर जावे, गुरु गोबिंद सिंह का आदेश है, गुरु गोबिंद सिंह का हुक्म है, गुरु गोबिंद सिंह का वाक है कि वह जमपुर जाना जिहड़ा निश्चय है। सो जाने असीं सतसंग दे विच पार उतारे दे लई हां, पर जे सतसंग विच जाके चित्त टिका के नहीं बैठते, मन नूं डोलन दिंदे, उत्थे भी सतसंग च जाके जे अपणियां गल्लां ही करी जांदे, उही दुनियावी बिरती कायम रखदे आ, फिर टिका होर किते नहीं, फिर जमपुर जाना, ना किते होर ठौर मिलनी है, ना किते ठिकाणा मिलना है, जमपुर जाना ही मिलना है। जमपुर जमां दे धक्के नूं खाने ही पैणे ने। ये भाई नंद लाल दा सो महावाक है, इस वाक नाल जुड़िया होया कि गुरबाणी दा कीर्तन ते कथा हर रोज़ सुनना ते करना, सुनदियां सुनदियां करने वाली अवस्था च जाना है, करदियां करदियां सुनने वाली अवस्था जाना है। इस गल थोड़ा समझ लीए। जदों असीं सुन रहे हैं ना, और सुनन नूं अपनी इन्नी गोज अवस्था च लै जाना, सुनन सुनदा इन्नी गूढ़ अवस्था च लै जाना है कि तुसीं नाल नाल कीर्तन करन भी लग पवो, तुहाडे अंदर वो शब्द चलन लग पवे, नाल नाल चलन लग पवेगा तो नाल टिका हो जाएगा। तो जदों तुसीं करना है, जो फर्ज करो तुसीं कीर्तन करते हो, तुसीं कथा करते हो, तुसीं बोलते हो, जो बोलते हो, जो नाम जपते हो, करना ना सुनना, तरीका भी यह मन दे टिका दा, इदू होर कोई तरीका नहीं, इदू सौखा तरीका होर कोई नहीं। बाबा हरनाम सिंह जी रामपुर खेड़े वाले गल कहते होंदे सी, भाई मन दे टिका दा इक्को एक तरीका है कि तुहाडे मखारबिंद तो जो बचन निकलते हैं उन्होंने कन्ना ना सुनना शुरू कर दिओ। तुहाडे ज्ञान इंद्रे अखां तो तुसीं मिचियां ही होईयां ने, पर सारे का सारा ध्यान जो तुहाडे मुखारबिंद तो बचन निकल रहे हैं, भावें धीमी आवाज़ निकल रहे, अंदर अंदर निकल रहे हैं भावें, पर उन्होंने अपने कन्नां दे नाल सुनना शुरू कर दिओ, अंदर अंदर सुनना शुरू कर दिओ।
ਜਦੋਂ ਕਰਦਿਆਂ ਕਰਦਿਆਂ ਸੁਣਨ ਦੀ ਅਵਸਥਾ 'ਚ ਆ ਜਾਓਗੇ, ਮੰਨਣ ਦੀ ਅਵਸਥਾ ਫਿਰ ਆਪਣੇ ਆਪ ਬਣ ਜਾਏਗੀ। ਟਿਕਾ ਹੋ ਜਾਏਗਾ, ਉੱਥੇ ਧਿਆਨ ਟਿਕ ਜਾਵੇਗਾ। ਤੇ ਜੇ ਤੁਸੀਂ ਕਰਦਿਆਂ ਕਰਦਿਆਂ ਸਿਰਫ ਕਰਤੇ ਹੀ ਕਰਤੇ ਰਹਿ ਗਏ, ਕਰਦੇ ਹੀ ਕਰਦੇ ਰਹਿ ਗਏ, ਸੁਣਿਆ ਨਹੀਂ ਆਪ, ਫਿਰ ਟਿਕਾ ਵੀ ਨਹੀਂ ਜੇ ਬਣਨਾ। ਦੂਜਿਆਂ ਨੂੰ ਸੁਣਾਉਣ ਲਈ ਗੱਲ ਹੋ ਜਾਏਗੀ, ਆਪ ਤਾਂ ਸੁਣਿਆ ਹੀ ਨਹੀਂ। ਸੋ ਕਰਦਿਆਂ ਕਰਦਿਆਂ ਵੀ ਸੁਣਨਾ ਹੈ ਕੀਰਤਨ, ਕਰਦਿਆਂ ਕਰਦਿਆਂ ਕੀਰਤਨ ਸੁਣਨਾ ਹੈ, ਸੁਣਦਿਆਂ ਕੀਰਤਨ ਕਰਨਾ ਹੈ, ਟਿਕਾ ਤਾਂ ਬਣੇਗਾ। ਸੋ ਇਸ ਵਚਨ ਦੀ ਜਿਹੜੀ ਬਰੀਕੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਲਗੀਧਰ ਪਾਤਸ਼ਾਹ ਦਾ ਜਿਹੜਾ ਵਚਨ ਹੈ, 20ਵਾਂ ਵਚਨ ਹੈ, ਗੁਰਬਾਣੀ ਦਾ ਕੀਰਤਨ ਤੇ ਕਥਾ ਰੋਜ਼ ਸੁਣਨਾ ਤੇ ਕਰਨਾ, ਸੁਣਦਿਆਂ ਕਰਨਾ, ਕਰਦਿਆਂ ਕਰਦਿਆਂ ਸੁਣਨਾ, ਰੋਜ਼ ਸੁਣਨਾ ਤੇ ਕਰਨਾ। ਜੋ ਬੁਖਾਰ ਬਿਨ ਤੋਂ ਸ਼ਬਦ ਨਿਕਲਦੇ ਆਪਣੇ ਕੰਨਾਂ ਨਾਲ ਸੁਣਨੇ, ਮਨ ਦਾ ਟਿਕਾ ਤਾਂ ਬਣ ਜਾਵੇਗਾ। ਜੋ ਸੁਣਦੇ ਆ ਉਹਨੂੰ ਨਾਲ ਨਾਲ ਕਰਨਾ ਸ਼ੁਰੂ ਕਰ ਦੇਣਾ। ਕੀਰਤਨ ਸੁਣਨ ਨਾਲ ਕੀਰਤਨ ਤੁਹਾਡੇ ਅੰਦਰੋਂ ਚੱਲ ਰਿਹਾ ਹੋਵੇ, ਟਿਕਾ ਬਣ ਜਾਵੇਗਾ। ਸੋ ਇਹ ਤਰੀਕਾ ਇੱਕ ਹੈ। ਔਰ ਇਹਦੇ ਨਾਲ ਹੀ ਜੁੜਿਆ ਹੋਇਆ ਇੱਕ ਵਚਨ ਹੋਰ ਹੈ, ਜਿੱਦਾਂ ਭਾਈ ਨੰਦ ਲਾਲ ਜੀ ਨੇ ਆਖਿਆ, ਉੱਦਾਂ ਹੀ ਭਾਈ ਪ੍ਰਹਲਾਦ ਸਿੰਘ ਜੀ ਸਤਿਗੁਰੂ ਦੇ, ਉਹ ਵੀ ਹਜ਼ੂਰੀ ਕਵੀਆਂ 'ਚ ਹੋਏ, 52 ਕਵੀਆਂ 'ਚ ਹੋਏ। ਪ੍ਰਹਲਾਦ ਸਿੰਘ ਦਾ ਵੀ ਰਹਿਤਨਾਮਾ ਮਿਲਦਾ ਹੈ। ਰਹਿਤਨਾਮੇ ਦੇ ਵਿੱਚ ਭਾਈ ਨੰਦ ਲਾਲ ਦੇ ਤਨਖਾਹਨਾਮੇ ਦੀ ਗੱਲ ਆਪਾਂ ਕੀਤੀ ਸੀ, ਹੁਣ ਭਾਈ ਪ੍ਰਹਲਾਦ ਸਿੰਘ ਦੇ ਰਹਿਤਨਾਮੇ ਦੀ ਗੱਲ ਕਰੀਏ। ਰਹਿਤਨਾਮੇ 'ਚ ਕਹਿੰਦੇ ਨੇ, ਪ੍ਰਾਂਤਾ ਕਾਲ ਗੁਰ ਗੀਤ ਨਾ ਗਾਵੇ, ਰਹਿ ਰਾਸ ਬਿਨਾ ਪ੍ਰਸ਼ਾਦ ਜੋ ਖਾਵੇ, ਬਾਹਰ ਮੁਖੀ ਤਿਸ ਸਿੱਖ ਤਿਸ ਜਾਣੋ, ਸਭ ਬਰਤਨ ਮਿਥਿਆ ਤਿਸ ਮਾਣੋ। ਕਿ ਜਿਹੜਾ ਸਿੱਖ ਪ੍ਰਾਂਤੇ ਕਾਲ ਗੁਰ ਗੀਤ ਨਾ ਗਾਵੇ, ਗੁਰੂ ਦੇ ਗੀਤ ਨਹੀਂ ਗਾਉਂਦਾ, ਗੁਰੂ ਦੀ ਬਾਣੀ ਨਹੀਂ ਪੜ੍ਹਦਾ, ਗੁਰੂ ਦਾ ਜਸ ਨਹੀਂ ਕਰਦਾ, ਗੁਰੂ ਦੀ ਸਿਫਤ ਸਲਾਹ ਨਹੀਂ ਕਰਦਾ, ਗੁਰੂ ਦਾ ਨਾਮ ਨਹੀਂ ਜਪਦਾ, ਪ੍ਰਾਂਤੇ ਕਾਲ ਅੰਮ੍ਰਿਤ ਵੇਲੇ ਉੱਠ ਕੇ ਪ੍ਰਾਂਤੇ ਕਾਲ ਗੁਰ ਗੀਤ ਨਾ ਗਾਵੇ, ਤੇ ਫਿਰ ਸ਼ਾਮ ਨੂੰ ਰਹਿ ਰਾਸ ਬਿਨਾ ਪ੍ਰਸ਼ਾਦ ਜੋ ਖਾਵੇ। ਔਰ ਰਾਤ ਦਾ ਪ੍ਰਸ਼ਾਦਾ ਜਿਹੜਾ ਹੈ ਉਹ ਛਕ ਲੈਂਦਾ ਹੈ, ਪਰ ਰਹਿ ਰਾਸ ਦਾ ਪਾਠ ਨਹੀਂ ਕਰਦਾ, ਸੋਧਰ ਦਾ ਪਾਠ ਨਹੀਂ ਕਰਦਾ, ਸੋਧਰ ਦਾ ਟਾਈਮ ਲਗਾ ਦਿੰਦਾ ਪਾਠ ਦਾ। ਪ੍ਰਸ਼ਾਦੇ ਤਾਂ ਛਕ ਲਿਆ, ਖਾ ਤਾਂ ਲਿਆ। ਤੇ ਗੁਰਬਾਣੀ ਦਾ ਬੜਾ ਸਖਤ ਵਾਕ ਹੈ, ਜੋ ਬਿਨ ਸਤਿਗੁਰੂ ਸੇਵੇ ਖਾਂਦੇ ਪੀਂਦੇ ਪਹਿਨਦੇ, ਜੋ ਬਿਨ ਸਤਿਗੁਰੂ ਸੇਵੇ ਖਾਂਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ। ਉਹ ਮਰੇ, ਉਹ ਕੋੜੇ ਨੇ, ਸੋ ਮਰੇ ਹੋਏ ਨੇ, ਪਰ ਮਰ ਕੇ ਜਦੋਂ ਦੁਬਾਰਾ ਜੰਮਣਗੇ ਕੋੜੇ ਬਣ ਕੇ ਜੰਮਣਗੇ। ਜੋ ਬਿਨ ਸਤਿਗੁਰੂ ਸੇਵੇ ਖਾਂਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ। ਤੇ ਇਹੀ ਗੱਲ ਭਾਈ ਪ੍ਰਹਲਾਦ ਸਿੰਘ ਜੀ ਕਹਿ ਰਹੇ ਨੇ ਰਹਿਤਨਾਮੇ ਦੇ ਵਿੱਚ, ਪ੍ਰਾਂਤ ਕਾਲ ਗੁਰ ਗੀਤ ਨਾ ਗਾਵੇ, ਰਹਿ ਰਾਸ ਬਿਨਾ ਪ੍ਰਸ਼ਾਦ ਜੋ ਖਾਵੇ, ਬਾਹਰ ਮੁਖੀ ਸਿੱਖ ਤਿਸ ਜਾਣੋ, ਸਭ ਬਰਤਨ ਮਿਥਿਆ ਤਿਸ ਹੀ ਮਾਣੋ। ਉਹਦੀ ਬਾਕੀ ਸਾਰਾ ਕੀਤਾ ਕਤਰਿਆ ਵੀ ਮਿੱਥਿਆ ਕਰਕੇ, ਝੂਠ ਕਰਕੇ ਜਾਣ ਲਿਓ। ਜਿਹਨੇ ਗੁਰੂ ਦੀ ਗੱਲ ਨਹੀਂ ਮੰਨੀ, ਜਿਹੜਾ ਗੁਰੂ ਦੀ ਆਖੇ ਨਹੀਂ ਲੱਗਿਆ, ਜਿਹੜਾ ਗੁਰੂ ਪ੍ਰਤੀ ਸੱਚਾ ਨਹੀਂ, ਜਿਹੜਾ ਗੁਰੂ ਦਾ ਨਿਤਨੇਮ ਨਹੀਂ ਕਰਦਾ, ਨਾ ਸਵੇਰੇ ਨਾ ਸ਼ਾਮੀ, ਨਾ ਨਿਤਨੇਮ ਅੰਮ੍ਰਿਤ ਵੇਲੇ ਦਾ ਕੀਤਾ, ਨਾ ਜਪਜੀ ਪੜ੍ਹੀ, ਨਾ ਰਹਿ ਰਾਸ ਪੜ੍ਹਿਆ, ਜਿਹਨੇ ਦੋਨੇ ਨਹੀਂ ਕੀਤੇ, ਉਹ ਗੁਰੂ ਪ੍ਰਤੀ ਨਹੀਂ ਸੱਚਾ। ਤੇ ਉਹਦੀ ਬਾਕੀ ਸਾਰੀ ਦੁਨੀਆ ਦੇ ਵਿੱਚ ਜਿੰਨੀ ਮਰਜ਼ੀ ਵਰਤਨ ਹੋਵੇ, ਉਸਦੀ ਸਾਰੀ ਵਰਤੋਂ ਵਿਹਾਰ ਨੂੰ ਮਿੱਥਿਆ ਝੂਠ ਕਰਕੇ ਜਾਣਾ। ਜਿਹੜਾ ਗੁਰੂ ਤੋਂ ਨਹੀਂ ਸੱਚਾ, ਉਹ ਕਿਸੇ ਹੋਰ ਨਾਲ ਸੱਚਾ ਨਹੀਂ ਹੋ ਸਕਦਾ। ਜਿਹੜਾ ਗੁਰੂ ਨੂੰ ਨਹੀਂ ਸਮਰਪਿਤ, ਉਹ ਕਿਸੇ ਹੋਰ ਨੂੰ ਸਮਰਪਿਤ ਨਹੀਂ ਹੋ ਸਕਦਾ। ਭਾਈ ਪ੍ਰਹਲਾਦ ਸਿੰਘ ਦਾ ਇਹ ਰਹਿਤਨਾਮਾ ਹੈ। ਤੇ ਅਗਲੀਆਂ ਪੰਕਤੀਆਂ ਜੋ ਕਹਿੰਦੇ, ਲੱਖ, ਉਹਨੂੰ ਫਿਰ ਸਜ਼ਾ ਕੀ ਮਿਲਦੀ ਹੈ, 184 ਭਰਮਤਾ ਫਿਰੈ, ਬਾਰ ਬਾਰ ਜਗ ਜਨਮ ਇਹ ਮਰੇ, ਗੁਰ ਬਚਨ ਸਿਉ ਟੂਟਾ ਜਾਏ, ਦਰਗਹਿ ਤਾਂ ਕੋ ਮਿਲੇ ਸਜਾਏ। ਬੇਸ਼ੱਕ ਸ਼ਕਲ ਸਿੱਖਾਂ ਵਾਲੀ ਵੀ ਹੋਵੇ, ਕਹਿੰਦੇ ਬਾਹਰ ਮੁਖੀ ਸਿੱਖ ਤਿਸ ਜਾਣੋ, ਉਹਨੂੰ ਬਾਹਰ ਮੁਖੀ ਸਿੱਖ ਸਮਝੋ, ਉਹਨੂੰ ਦਿਖਾਵੇ ਦਾ ਸਿੱਖ ਹੀ ਸਮਝੋ, ਬੇਸ਼ੱਕ ਸ਼ਕਲ ਸਿੱਖਾਂ ਵਾਲੀ ਵੀ ਹੋਵੇ। ਬਾਹਰ ਮੁਖੀ ਸਿੱਖ ਤਿਸ ਜਾਣੋ, ਸਭ ਬਰਤਨ ਮਿਥਿਆ ਤਿਸ ਮਾਣੋ। ਉਹਦੀ ਵਰਤੋਂ ਵਿਹਾਰ ਸਾਰੀ ਝੂਠ ਕਰਕੇ ਜਾਣਿਓ। 184 ਭਰਮਤਾ ਫਿਰੇ, 184 ਜੋਨ ਦੇ ਵਿੱਚ, 84 ਲੱਖ ਜੋਨ ਦੇ ਵਿੱਚ ਉਹ ਭਰਮਦਾ ਫਿਰ ਰਿਹਾ ਹੋਏਗਾ, ਕਿਉਂਕਿ ਉਹ ਗੁਰੂ ਦੇ ਬਚਨ ਦੇ ਨਾਲ ਨਹੀਂ ਜੁੜਿਆ। ਬਾਰ ਬਾਰ ਜਗ ਜਨਮੇ ਮਰੇ, ਇਸ ਕਰਕੇ ਉਹਨੂੰ ਵਾਰ-ਵਾਰ ਜੱਗ ਦੇ ਉੱਤੇ ਜਨਮ ਮਰਨ ਦੇ ਚੱਕਰ 'ਚ ਆਉਣਾ ਪੈਣਾ ਹੈ। ਕਾਰਨ ਗੁਰੂ ਬਚਨ ਸੇ ਟੁੱਟਾ ਜਾਏ, ਗੁਰੂ ਦੇ ਬਚਨ ਨਾਲੋਂ ਟੁੱਟਾ ਹੋਇਆ ਇਹ ਸੰਸਾਰ ਤੋਂ ਜਦੋਂ ਜਾਂਦਾ ਹੈ ਕੋਈ, ਦਰਗਾਹ ਤਾਂ ਕੋ ਮਿਲੇ ਸਜਾਏ, ਉਹਨੂੰ ਦਰਗਾਹ ਵਿੱਚ ਜਾ ਕੇ ਵੀ ਸਜ਼ਾ ਮਿਲਦੀ ਹੈ। ਸੋ ਗੁਰੂ ਦੇ ਬਚਨ ਦਾ ਮਹੱਤਵ ਸਮਝ ਲਈਏ। ਗੁਰੂ ਦੇ ਬਚਨ ਤੇ ਤੁਰਾਂਗੇ ਤਾਂ ਜੀਵਨ ਮੁਕਤ, ਗੁਰੂ ਦੇ ਬਚਨ ਨੂੰ ਛੱਡਾਂਗੇ ਤਾਂ ਮਰ ਕੇ ਵੀ ਮੁਕਤੀ ਨਹੀਂ, ਫਿਰ ਵੀ ਜਨਮ ਮਰਨਾ, ਫਿਰ ਵੀ ਜਨਮ ਮਰਨਾ, ਆਵਾਗਮਨਾ ਫਿਰ ਵੀ।
ਸੋ ਗੁਰੂ ਦਾ ਬਚਨ ਜਿਹੜਾ ਆਪਾਂ ਵਿਚਾਰ ਕਰ ਰਹੇ ਹਾਂ 20ਵਾਂ ਬਚਨ ਹੈ, ਗੁਰਬਾਣੀ ਦਾ ਕੀਰਤਨ ਤੇ ਕਥਾ ਰੋਜ਼ ਸੁਣਨਾ ਤੇ ਕਰਨਾ। ਸੋ ਗੁਰੂ ਦੇ ਬਚਨ ਤੇ ਪਹਿਰਾ ਦੇਣਾ ਹੈ। ਇਹ ਭਾਈ ਨੰਦ ਲਾਲ ਦੇ ਤਨਖਾਹਨਾਮੇ ਵਿੱਚ ਵੀ ਹਦਾਇਤ ਹੈ, ਨਾਲ ਜੁੜ ਕੇ ਇਸ ਬਚਨ ਦੇ ਭਾਈ ਪ੍ਰਹਲਾਦ ਸਿੰਘ ਦੇ ਰਹਿਤਨਾਮੇ ਦੇ ਵਿੱਚ ਵੀ, ਤਨਖਾਹਨਾਮੇ ਤੇ ਰਹਿਤਨਾਮੇ ਦੋਵਾਂ ਦੇ ਵਿੱਚ ਹਦਾਇਤ ਹੈ, ਸਿੱਖ ਨੇ ਰੋਜ਼ ਬਾਣੀ ਪੜ੍ਹਨੀ ਹੈ, ਰੋਜ਼ ਬਾਣੀ ਸੁਣਨੀ ਹੈ, ਰੋਜ਼ ਬਾਣੀ ਦੀ ਕਥਾ ਵਿਚਾਰ ਕਰਨੀ ਹੈ, ਵਿਚਾਰਨੀ ਹੈ, ਰੋਜ਼ ਗੁਰਬਾਣੀ ਦਾ ਕੀਰਤਨ ਸੁਣਨਾ ਹੈ, ਕਰਨਾ ਹੈ, ਤਾਂ ਕਿ ਗੁਰੂ ਦਾ ਜਸ ਕਰਨ ਦੀ ਉਹਦੀ ਜਿਹੜੀ ਇੱਕ ਤਰ੍ਹਾਂ ਦਾ ਅਭਿਆਸ ਉਹ ਬਣਿਆ ਰਹੇ, ਸਤਸੰਗ ਦਾ ਅਭਿਆਸ ਉਹਦਾ ਬਣਿਆ ਰਹੇ। ਕਥਾ ਤੇ ਕੀਰਤਨ ਦਾ ਮਹੱਤਵ ਜੇ ਆਪਾਂ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ ਹੋਵੇ ਨਾ ਤਾਂ ਬੜੀਆਂ ਪੰਕਤੀਆਂ, ਕੁਝ ਪੰਕਤੀਆਂ ਆਪਾਂ ਕਥਾ ਲਈ ਸਾਂਝੀਆਂ ਕਰ ਲੈਂਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 95 ਦੇ ਉੱਤੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਬਚਨ ਹੈ, ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭੌਜਲ ਦੂਤਰ ਤਰੀਏ ਜੀਓ। ਕਿ ਸਤਸੰਗ 'ਚ ਬੈਠ ਕੇ ਮਿਲ ਸੰਗਤ ਹਰ ਗੁਣ ਗਾਏ, ਪਰ ਇਦੋਂ ਪਹਿਲਾਂ ਦੀ ਗੱਲ ਹੈ ਹਰ ਹਰ ਨਾਮ ਕਥਾ ਨਿਤ ਸੁਣੀਏ। ਕਥਾ ਵੀ ਸੁਣਨੀ ਹੈ, ਪਰਮਾਤਮਾ ਦੇ ਗੁਣ ਗਾਉਣੇ ਨੇ, ਉਹਦੀ ਕਥਾ ਸੁਣਨੀ ਹੈ। ਕਥਾ ਦਾ ਮਹੱਤਵ ਦੱਸਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਔਰ ਇਸੇ ਮਾਝ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 104 ਦੇ ਉੱਤੇ ਪੰਜਵੇਂ ਪਾਤਸ਼ਾਹ ਦਾ ਐਲਾਨ ਹੈ, ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੇ। ਕਿ ਜੇ ਤੂੰ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਅੰਦਰੋਂ ਵਿਗਾਸ ਆਉਂਦਾ ਹੈ, ਅੰਦਰੋਂ ਖੁਸ਼ੀ ਆਉਂਦੀ ਹੈ, ਅੰਦਰੋਂ ਆਨੰਦ ਆਉਂਦਾ ਹੈ, ਅੰਦਰੋਂ ਖੇੜਾ ਆਉਂਦਾ ਹੈ। ਨਾਮ ਜਪਣੇ ਵਾਲਿਆਂ ਦੇ ਨਾਨਕ ਭਗਤਾ ਸਦਾ ਵਿਗਾਸ, ਸਦਾ ਖੇੜਾ ਹੁੰਦਾ ਹੈ, ਸਦਾ ਆਨੰਦ ਹੁੰਦਾ ਭਗਤਾਂ ਦੇ ਚਿਹਰਿਆਂ ਦੇ ਉੱਤੇ। ਜੇ ਤੂੰ ਨਾਮ ਜਪਦਾ ਖੇੜਾ ਆਉਂਦਾ ਹੈ, ਪਰ ਜੇ ਤੂੰ ਕਥਾ ਵੀ ਸੁਣਦਾ ਨਾ ਗੁਰਬਾਣੀ ਦੀ, ਕਥਾ ਸੁਣ ਤਾਂ ਮਲ ਸਗਲੀ ਖੋਵੇ, ਜਿੰਨੀ ਤੇਰੀ ਮੈਲ ਹੈ ਜਨਮਾਂ ਜਨਮਾਂ ਦੀ ਉਹ ਵੀ ਲੱਥ ਜਾਂਦੀ ਹੈ, ਫਿਰ ਉਹ ਵੀ ਦੂਰ ਹੋ ਜਾਂਦੀ ਹੈ। ਕਥਾ ਸੁਣ ਤਾਂ ਮਲ ਸਗਲੀ ਖੋਵੇ, ਤੇਰੀ ਮਲ ਸਗਲੀ ਲੱਥਦੀ ਹੈ। ਨਾਮ ਵੀ ਜਪਣਾ ਹੈ, ਕਥਾ ਵੀ ਸੁਣਨੀ ਹੈ। ਇਹ ਮਹੱਤਵ ਦੱਸਿਆ ਹੈ। ਤੇ ਇਸੇ ਰਾਗ ਦੇ ਵਿੱਚ, ਮਾਝ ਰਾਗ ਦੇ ਵਿੱਚ 178 ਜਿਹੜਾ ਅੰਗ ਹੈ ਉਹਦੇ ਤੇ ਪੰਜਵੇਂ ਪਾਤਸ਼ਾਹ ਦਾ ਇੱਕ ਫਰਮਾਨ ਹੋਰ ਹੈ ਕਿ ਸੁਣ ਹਰ ਕਥਾ ਉਤਾਰੀ ਮੈਲ। ਪਹਿਲੀ ਗੱਲ ਦੀ ਦੋਹਰ ਪਾਤੀ, ਜਿਹੜੀ ਗੱਲ ਦੁਹਰਾ ਕੇ ਕਹੀ ਜਾਵੇ ਇਹਦਾ ਮਤਲਬ ਉਹਦਾ ਕੋਈ ਖਾਸ ਮਹੱਤਵ ਹੈ। ਦੋਹਰ ਪਾਤੀ, ਪਹਿਲੀ ਪੰਕਤੀ 'ਚ ਕਹਿੰਦੇ ਕਥਾ ਸੁਣਤ ਮਲ ਸਗਲੀ ਖੋਵੇ, ਤੇ ਇਸ ਪੰਕਤੀ 'ਚ ਕਹਿੰਦੇ ਨੇ ਸਤਿਗੁਰੂ ਅੰਗ 178 ਦੇ ਉੱਤੇ ਪੰਜਵੇਂ ਪਾਤਸ਼ਾਹ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭੈ ਸੁਖ ਸੈਲ। ਕਿ ਤੇਰਾ ਆਉਣਾ ਜਾਣਾ ਸੌਖਾ ਹੋ ਗਿਆ, ਮਹਾਪ੍ਰੀਤ ਹੋ ਗਿਆ, ਸੁਖ ਸੈਲ, ਸੈਲ ਕਰਨ ਵਾਲੀ ਗੱਲ ਹੋ ਗਈ, ਆਵਾਗਮਨ ਤੇਰਾ ਸੌਖਾ ਹੋ ਗਿਆ। ਪਰ ਕਿੱਦਾਂ? ਸੁਣ ਹਰ ਕਥਾ ਉਤਾਰੀ ਮੈਲ। ਕਿ ਹਰੀ ਦੀ ਕਥਾ ਸੁਣ ਕੇ, ਪਰਮਾਤਮਾ ਦੀ ਕਥਾ ਸੁਣ ਕੇ, ਉਸ ਰੱਬ ਦੀ ਕਥਾ ਸੁਣ ਕੇ, ਗੁਰਬਾਣੀ ਦੀ ਕਥਾ ਸੁਣ ਕੇ, ਉਸ ਦੀਆਂ ਕਥਾ ਕਹਾਣੀਆਂ ਸੁਣ ਕੇ, ਉਹਨੂੰ ਆਪ ਜੀਵਨ 'ਚ ਢਾਲ ਕੇ, ਸੁਣ ਹਰ ਕਥਾ ਉਤਾਰੀ ਹੀ ਮੈਲ, ਤੇਰੀ ਜਨਮਾਂ ਜਨਮਾਂ ਦੀ ਮੈਲ ਉਤਰ ਗਈ। ਦੁਹਰਾ ਕੇ ਸਤਿਗੁਰ ਨੇ ਕਿਹਾ। ਇਹ ਕਥਾ ਦਾ ਮਹੱਤਵ ਦੱਸਿਆ ਸਤਿਗੁਰ ਨੇ ਗੁਰਬਾਣੀ ਅੰਦਰ। ਕੀਰਤਨ ਦਾ ਵੀ ਆਪਾਂ ਥੋੜ੍ਹਾ ਜਿਹਾ ਬਿਲਕੁਲ ਬੜਾ ਬਰੀਫ ਜਿਹਾ 'ਚ ਸੰਖੇਪ ਜਿਹਾ 'ਚ ਕਰ ਲੈਂਦੇ ਹਾਂ। ਕਥਾ ਨੂੰ ਸਤਿਗੁਰ ਨੇ ਕਿਹਾ ਸਭ ਤੋਂ ਉੱਤਮ ਹਰ ਕੀ ਕਥਾ, ਕਿ ਤੇਰੇ ਕੀਤੇ ਜਾਣ ਵਾਲੇ ਕੰਮਾਂ 'ਚੋਂ ਸਭ ਤੋਂ ਉੱਤਮ ਜੇ ਕੋਈ ਹੈ ਤੇ ਹਰੀ ਕੀ ਕਥਾ ਹੈ। ਪਰ ਨਾਲ ਸਤਿਗੁਰ ਨੇ ਇਹ ਵੀ ਆਖਿਆ ਕਿ ਕੀਰਤਨ ਉਹ ਵੀ ਅਨਮੋਲ ਰਤਨ ਹੈ। ਕੀਰਤਨ ਜਿੱਥੇ ਕਥਾ ਸਭ ਤੋਂ ਉੱਤਮ ਹੈ ਨਾ, ਸਭ ਤੋਂ ਉੱਤਮ ਹਰ ਕੀ ਕਥਾ, ਉੱਥੇ ਸਤਿਗੁਰੂ ਨੇ ਕੀਰਤਨ ਵੀ ਅਨਮੋਲ ਰਤਨ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 893 ਤੇ ਰਾਮਕਲੀ ਰਾਗ 'ਚ ਪੰਜਵੇਂ ਪਾਤਸ਼ਾਹ ਦਾ ਫਰਮਾਨ ਆ, ਕੀਰਤਨ ਨਿਰਮੋਲਕ ਹੀਰਾ। ਕੀਰਤਨ ਅਨਮੋਲ ਰਤਨ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਆਨੰਦ ਦੇਣ ਵਾਲਾ ਹੈ, ਗੁਣਾਂ ਦਾ ਸੰਗ੍ਰਹਿ ਹੈ। ਗੁਣੀ ਗਹੀਰਾ, ਗਹੀਰਾ ਸੰਗ੍ਰਹਿ ਹੈ, ਗੁਣਾਂ ਦਾ ਸੰਗ੍ਰਹਿ ਹੈ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਆਨੰਦ ਦੇਣ ਵਾਲੇ ਗੁਣਾਂ ਦਾ ਗਹੀਰਾ ਹੈ, ਸੁਮ ਹੈ, ਔਰ ਖਜ਼ਾਨਾ ਹੈ, ਗਹੀਰਾ ਖਜ਼ਾਨਾ। ਅੰਗ 624 ਦੇ ਉੱਤੇ ਸੋਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਫਿਰ ਸਿੱਖ ਲਈ ਹੁਕਮ ਕਰਤਾ ਇੱਕ ਤਰ੍ਹਾਂ ਦਾ। ਇਸੇ 20ਵੇਂ ਬਚਨ ਜਿਹੜਾ ਕਲਗੀਧਰ ਪਾਤਸ਼ਾਹ ਦੇ ਨਾਲ ਜੁੜੀ ਹੋਈ ਗੱਲ ਹੈ ਕਿ ਪੰਜਵੇਂ ਪਾਤਸ਼ਾਹ ਕਹਿੰਦੇ ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ।
ਕਿ ਦਿਨੇ ਰਹਿਣ ਜਦੋਂ ਸਾਡਾ ਹੋਵੇ ਕੀਰਤੀ ਪ੍ਰਮਾਤਮਾ ਦੀ ਕਰਦੇ ਰਹਿਣਾ ਚਾਹੀਦਾ, ਉਹਦਾ ਕੀਰਤਨ ਗਾਉਂਦੇ ਰਹਿਣਾ ਚਾਹੀਦਾ, ਉਹਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ, ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ, ਇਸ ਆਵਾਗਮ ਤੋਂ ਬਚ ਜਾਵਾਂਗੇ, ਇਸ ਜਨਮ ਮਰਨ ਦੇ ਦੁੱਖ ਤੋਂ ਬਚ ਜਾਵਾਂਗੇ। ਬਹੁੜ ਨਾ ਜੋਨੀ ਪਾਈਏ, ਹਰੀ ਦਾ ਕੀਰਤਨ ਕਰਨ ਵਾਲੇ ਆਵਾਗਮ ਤੋਂ ਮੁਕਤ ਹੋ ਜਾਂਦੇ ਆ। ਇਸੇ ਕਰਕੇ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਜਦੋਂ ਕੀਰਤਨੀਆਂ ਦੀ ਸਿਫਤ ਕਰਨ ਲੱਗਦੇ ਆ ਨਾ, ਜਿੱਦਾਂ ਕਿਹਾ ਨਾ ਸਭ ਤੋਂ ਉੱਤਮ ਹਰ ਕੀ ਕਥਾ, ਤੇ ਇੱਥੇ ਸਤਿਗੁਰੂ ਕਹਿੰਦੇ ਨੇ ਭਲੋ ਭਲੋ ਰੇ ਕੀਰਤਨੀਆਂ, ਜਿਹੜਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਉਹਦਾ ਕੀਰਤਨ ਕਰਦਾ ਹੈ, ਉਹਦੇ ਕੀਰਤਨ 'ਚ ਜੁੜਦਾ ਹੈ, ਉਹਦਾ ਕੀਰਤਨ ਕਰਦਿਆਂ ਕਰਦਿਆਂ ਕੀਰਤਨ ਸੁਣਦਾ ਹੈ, ਭਲੋ ਭਲੋ ਰੇ ਕੀਰਤਨੀਆਂ, ਉਹ ਕੀਰਤਨੀਆਂ ਧੰਨ ਹੈ, ਧੰਨ ਹੈ, ਧੰਨ ਹੈ, ਭਲੋ ਭਲੋ ਰੇ ਕੀਰਤਨੀਆਂ। ਇੱਕ ਤੇ ਛੋਟੀ ਸਾਖੀ ਸਾਂਝੀ ਕਰ ਲਵਾਂ ਮੈਂ, ਗੁਰਬਾਣੀ ਨਾਲ ਜੁੜ ਕੇ, ਗੁਰਬਾਣੀ ਦੇ ਮਹਾਂਵਾਕ ਨਾਲ ਜੁੜ ਕੇ। ਭਾਈ ਵੀਰ ਸਿੰਘ ਜੀ ਨੇ ਇਹ ਸਾਖੀ ਆਪਣੀਆਂ ਲਿਖਤਾਂ ਦੇ ਵਿੱਚ ਲਿਖੀ ਵੀ ਹੈ ਕਿ ਜਦੋਂ ਇੱਕ ਨਾਮ ਜਪਣ ਵਾਲੇ ਨੂੰ ਕਿਤੇ ਲੈ ਗਏ ਜਮਦੂਤ, ਤੇ ਸਾਰਾ ਹੀ ਧਰਮਰਾਏ ਦੀ ਜਿੱਥੇ ਨਰਕਾਂ ਵਾਲੀ ਗੱਲ ਸੀ ਅੱਗਾਂ ਬੁੱਝਣ ਲੱਗ ਪਈਆਂ। ਭਾਈ ਵੀਰ ਸਿੰਘ ਦੀ ਲਿਖਤ ਹੈ, ਸਿਰਫ ਉਦਾਹਰਨ ਵਜੋਂ ਸਿੱਖ ਸਾਖੀ ਦੀ ਹੁੰਦੀ ਸਿੱਖਿਆ ਲੈਣ ਦੇ ਲਈ, ਕਿ ਉੱਥੇ ਜਿੱਥੇ ਅੱਗਾਂ ਲੱਗੀਆਂ ਹੋਈਆਂ, ਜਿੱਥੇ ਇੱਕ ਤਰ੍ਹਾਂ ਦਾ ਤਲਖੀ ਸੀ, ਉੱਥੇ ਸ਼ਾਂਤੀ ਆ ਗਈ, ਉੱਥੇ ਠੰਡ ਵਰਤਣ ਲੱਗ ਪਈ, ਉੱਥੇ ਵਰਸ਼ਾ ਹੋਣ ਲੱਗ ਪਈ, ਕਿਨਮਿਨ ਕਿਨਮਿਨ ਰਿਮਚਿਮ ਵਰਸ਼ਾ ਹੋਣ ਲੱਗ ਪਈ, ਸ਼ਾਂਤੀ ਆ ਗਈ, ਆਨੰਦ ਆ ਗਿਆ ਉੱਥੇ। ਤੇ ਗੁਰੂ ਗ੍ਰੰਥ ਸਾਹਿਬ ਦਾ ਵਾਕ ਜਿਹੜਾ ਉਹਦੇ ਨਾਲ ਜੋੜ ਕੇ ਇਹ ਸਾਖੀ ਭਾਈ ਵੀਰ ਸਿੰਘ ਦੀ ਆ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਾਕ ਦੀ ਗੱਲ ਕਰ ਲਾਂ, ਮੈਂ ਗੁਰਬਾਣੀ ਦੀ ਗੱਲ ਕਰਦਾ। ਸਾਖੀ ਮੈਂ ਇਸ਼ਾਰੇ ਮਾਤਰ ਜਿਹੜੀ ਜਿੰਨੀ ਕਹਿਣੀ ਸੋ ਨਿਕਾ ਦਿੱਤੀ ਹੈ, ਕਿਉਂਕਿ ਅਸੀਂ ਜਿੰਨੀ ਸਿੱਖਿਆ ਲੈਣੀ ਸੀ ਉਹ ਤੋਂ ਲੈ ਲੈਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 256 ਤੇ ਸ਼ਲੋਕ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਕਿ ਜਿੱਥੇ ਬੈਠ ਕੇ ਜੈ ਸਾਧੂ ਗੋਬਿੰਦ ਭਜਨ, ਜਿੱਥੇ ਬੈਠ ਕੇ ਨਾਮ ਜਪਣ ਵਾਲੇ ਸਤਸੰਗੀ ਸਾਧੂ ਸਾਧਕ ਪੁਰਖ ਗੁਰਸਿੱਖ ਗੁਰਮੁਖ ਜੈ ਸਾਧੂ ਗੋਬਿੰਦ ਭਜਨ, ਜਿੱਥੇ ਬੈਠ ਕੇ ਸਤਸੰਗ ਕਰਦੇ ਹੋਣ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਜਿੱਥੇ ਬੈਠ ਕੇ ਕੀਰਤਨ ਹੁੰਦਾ ਹੋਵੇ, ਨਿਤ ਦਿਹਾੜੇ ਕੀਰਤਨ ਹੁੰਦਾ ਹੋਵੇ, ਸਦਾ ਦਾ ਕੀਰਤਨ ਹੁੰਦਾ ਹੋਵੇ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੇ, ਨਿਕਟ ਨਾ ਜਾਇਓ ਦੂਤ। ਧਰਮ ਰਾਏ ਆਪਣੇ ਜਮਦੂਤਾਂ ਨੂੰ ਹਦਾਇਤ ਦੇ ਰਿਹਾ ਹੈ। ਗੁਰੂ ਸਾਹਿਬ ਦਾ ਐਲਾਨਨਾਮਾ ਹੈ ਸ਼ਲੋਕ ਦੇ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 256 ਦੇ ਉੱਤੇ, ਕਿ ਧਰਮ ਰਾਏ ਦੀ ਦਿੱਤੀ ਹੋਈ ਹਦਾਇਤ ਹੈ ਆਪਣੇ ਜਮਦੂਤਾਂ ਨੂੰ, ਕਿ ਜਿੱਥੇ ਕਿਤੇ ਕੀਰਤਨ ਹੁੰਦਾ ਹੋਵੇ ਗੁਰਬਾਣੀ ਦਾ, ਜਿੱਥੇ ਕਿਤੇ ਬੈਠ ਕੇ ਸੰਤ ਜਨ ਨਾਮ ਜਪਦੇ ਹੋਣ, ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹੋਣ, ਐ ਜਮਦੂਤੋ ਤੁਸੀਂ ਉੱਥੇ ਨਹੀਂ ਜਾਣਾ, ਨਾ ਹਾਂ ਜੇ ਤੁਸੀਂ ਉੱਥੇ ਚਲੇ ਗਏ, ਉੱਥੇ ਜਾ ਕੇ ਕਿਸੇ ਨੂੰ ਤੰਗ ਕੀਤਾ, ਉੱਥੇ ਜਾ ਕੇ ਕਿਸੇ ਦੀ ਬਿਰਤੀ ਤੋੜ ਦਿੱਤੀ, ਉੱਥੇ ਜਾ ਕੇ ਕਿਸੇ ਦਾ ਧਿਆਨ ਤੋੜ ਦਿੱਤਾ, ਤੇ ਫਿਰ ਧਰਮਰਾਏ ਕਹਿੰਦਾ ਜਮਦੂਤਾਂ ਨੂੰ, ਨਾ ਤੂੰ ਨਾ ਹੋ ਨਾ ਤੂੰ ਨਾ ਮੈਂ ਨਾ ਤੂੰ ਨਾ ਛੁਟੇ, ਸਾਡਾ ਛੁਟਕਾਰਾ ਨਹੀਂ ਹੋਣਾ, ਸਾਨੂੰ ਸਜ਼ਾ ਮਿਲੇਗੀ ਮਿਲੇਗੀ। ਨਿਕਟ ਨਾ ਜਾਇਓ ਦੂਤ, ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਜਾਣਾ, ਕੀਰਤਨ ਕਰਨ ਵਾਲਿਆਂ ਦੇ ਨੇੜੇ ਨਹੀਂ ਜਾਣਾ, ਜਿਹੜੇ ਸਤਸੰਗ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਉਹਦੇ ਨੇੜੇ ਨਹੀਂ ਜਾਣਾ, ਸਤਸੰਗੀਆਂ ਨੂੰ ਤੰਗ ਨਹੀਂ ਕਰਨਾ। ਜਮਦੂਤਾਂ ਨੂੰ ਧਰਮਰਾਜ ਦੀ ਦਿੱਤੀ ਹੋਈ ਹਦਾਇਤ ਹੈ। ਤੇ ਜੇ ਤੁਸੀਂ ਕਰ ਦਿੱਤਾ, ਕਿਤੇ ਗਲਤੀ ਕਰ ਲਈ, ਕਿਤੇ ਗੁਰਸਿੱਖਾਂ ਗੁਰਮੁਖਾਂ ਦੇ ਨਾਲ ਕਿਤੇ ਇਹੋ ਜਿਹੀ ਜਾਤੀ ਕਿਤੇ ਕਰਤੀ, ਨਾਮ ਜਪਣ ਵਾਲਿਆਂ ਨਾਲ ਜਾਤੀ ਕਰ ਦਿੱਤੀ, ਤੇ ਫਿਰ ਨਾ ਹਾਂ ਨਾ ਮੈਂ ਛੁੱਟਣਾ, ਮੈਨੂੰ ਵੀ ਸਜ਼ਾ ਮਿਲੇਗੀ, ਨਾ ਤੂੰ ਤੈਨੂੰ ਵੀ ਸਜ਼ਾ ਮਿਲੇਗੀ, ਨਾ ਛੁੱਟੇ ਸਾਨੂੰ ਬੰਧਨ ਪੈ ਜਾਣੇ ਆ। ਨਿਕਲ ਨਾ ਜਾਈਓ ਦੂਸਰੇ ਸਿਰ ਕੇ ਗੁਰਮੁਖਾਂ ਦੇ ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਜਾਣਾ। ਸੋ ਜਮਦੂਤਾਂ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਕੀਰਤਨ 'ਚ ਜੁੜ ਜਾਈਏ, ਨਾਮ 'ਚ ਜੁੜ ਜਾਈਏ, ਕਥਾ 'ਚ ਜੁੜ ਜਾਈਏ, ਇੱਕੋ ਹੀ ਤਰੀਕਾ ਹੈ, ਹੋਰ ਕੋਈ ਤਰੀਕਾ ਹੈ ਵੀ ਨਹੀਂ। ਔਰ ਸਤਿਗੁਰੂ ਦੀ ਦਿੱਤੀ ਹੋਈ ਗਵਾਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 256 ਦੇ ਉੱਤੇ। ਸੋ ਜਮਦੂਤਾਂ ਦਾ ਹਦਾਇਤ ਇੱਥੋਂ ਪਤਾ ਕਿ ਕੀਰਤਨ ਕਰਨ ਵਾਲਿਆਂ ਦਾ, ਕਥਾ ਕਰਨ ਵਾਲਿਆਂ ਦਾ, ਕਥਾ ਸੁਣਨ ਵਾਲਿਆਂ ਦਾ, ਕਥਾ ਰੂਪ ਹੋ ਜਾਣ ਵਾਲਿਆਂ ਦਾ, ਜਿਹੜੇ ਕਥਾ ਸੁਣਦੇ ਤੇ ਕਰਦੇ ਨੇ, ਜਿਹੜੇ ਕੀਰਤਨ ਸੁਣਦੇ ਤੇ ਕਰਦੇ ਨੇ, ਉਹਨਾਂ ਦਾ ਜਮਦੂਤਾਂ ਨਾਲ ਧਰਮਰਾਜ ਨਾਲ ਵਾਹ ਨਹੀਂ ਪੈਂਦਾ, ਉਹ ਸਿੱਧੇ ਸਤਿਗੁਰੂ ਦੇ ਚਰਨਾਂ 'ਚ ਸੱਚਖੰਡ ਜਾ ਕੇ ਬਿਰਾਜਦੇ ਨੇ। ਭਗਤ ਰਤਨਾਵਲੀ ਦੀ ਇੱਕ ਸਾਖੀ ਹੈ, ਮੈਂ ਸਾਂਝੀ ਕਰ ਜਾਣੀ ਹੈ, ਸਮਾਂ ਤਕਰੀਬਨ ਹੋ ਗਿਆ, ਪਰ ਇੱਕ ਅੱਧੇ ਮਿੰਟ ਸਾਂਝੀ ਕਰਦੇ ਨੇ। ਭਾਈ ਕਦਾਰਾ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ ਇਹ ਗੱਲ, ਕਿ ਤੁਸੀਂ ਕਹਿੰਦੇ ਗੁਰਬਾਣੀ ਪੜ੍ਹਨੀ ਵੀ ਹੈ, ਕਥਾ ਵੀ ਸੁਣਨੀ ਹੈ, ਕੀਰਤਨ ਵੀ ਕਰਨਾ ਹੈ, ਇਹਨਾਂ ਦਾ ਮਹੱਤਵ ਕੀ ਹੈ, ਤੇ ਇਹਨਾਂ ਦਾ ਮਹੱਤਵ ਕਿਹਦਾ ਜ਼ਿਆਦਾ ਹੈ, ਕਿ ਗੁਰਬਾਣੀ ਪੜ੍ਹਨ ਦਾ ਜ਼ਿਆਦਾ ਮਹੱਤਵ ਹੈ, ਕਥਾ ਸੁਣਨ ਦਾ ਜ਼ਿਆਦਾ ਮਹੱਤਵ ਹੈ, ਕਿ ਕੀਰਤਨ ਦਾ ਜ਼ਿਆਦਾ ਮਹੱਤਵ ਹੈ, ਕਿਹੋ ਜਿਹਾ ਮਹੱਤਵ ਸਭ ਦਾ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ
ਕਦਾਰਾ ਜੀ, ਗੁਰਬਾਣੀ ਪੜ੍ਹਨੀ ਬਿਲਕੁਲ ਉਵੇਂ ਹੈ ਜਿਵੇਂ ਕਿਸੇ ਦੀ ਆਪਣੇ ਖੂਹ ਦੀ ਖੇਤੀ ਹੋਵੇ। ਖੂਹ ਜੋੜ ਲਿਆ, ਆਪਣੀ ਖੇਤੀ ਨੂੰ ਪਾਣੀ ਲਾਤਾ, ਉਹਦੇ ਖੇਤ ਹਰੇ ਭਰੇ ਹੋ ਗਏ। ਨਿਤਨੇਮ ਕਰ ਲਿਆ, ਕਿਸੇ ਨੇ ਬਾਣੀ ਪੜ੍ਹ ਲਈ, ਉਹਨੇ ਆਪਣੇ ਲਈ ਪੜ੍ਹ ਲਈ, ਉਹਦੀ ਖੂਹ ਦੀ ਖੇਤੀ, ਉਹਦੇ ਖੇਤ ਜਿਹੜੇ ਸਿੰਜੇ ਗਏ। ਪਰ ਜਿਹੜਾ ਕੀਰਤਨ ਹੈ, ਕੀਰਤਨ ਸੰਗਤ 'ਚ ਹੁੰਦਾ। ਕੀਰਤਨ ਜਿਹੜਾ ਸਾਰੀ ਸੰਗਤ ਲਈ ਹੈ। ਮੋਹਲੇ ਧਾਰ ਵਰਸ਼ਾ ਦੀ ਤਾਈ ਹੈ, ਮੋਹਲੇ ਧਾਰ ਵਰਸ਼ਾ ਦੇ ਵਾਂਗੂ ਹੈ। ਕੀਰਤਨ ਆਉਂਦਾ, ਮੋਹਲੇ ਧਾਰ ਵਰਸ਼ਾ ਪੈਂਦੀ ਹੈ। ਪਰ ਜਿਹੜਾ ਆਪਣਾ, ਜਿਹੜੇ ਕਿਸਾਨ ਨੇ ਆਪਣਾ ਵੱਟ ਬੰਨਾ ਸਵਾਰਿਆ ਹੁੰਦਾ, ਜਿਹੜਾ ਮਨ ਦਾ ਟਿਕਾ ਰੱਖਦਾ, ਮਨ ਦੀ ਪਕਿਆਈ ਰੱਖਦਾ, ਉਹ ਕੀਰਤਨ ਦੀ ਗੱਲ ਆਪਣੇ ਹਿਰਦੇ ਅੰਦਰ ਵਸਾ ਲੈਂਦਾ। ਬਾਕੀ ਕੰਨ ਰਸ ਦੇ ਨਾਲ ਚਲੇ ਜਾਂਦੇ, ਉੱਥੋਂ ਉਹਨਾਂ ਦੇ ਖੇਤਾਂ 'ਚ ਪਾਣੀ ਟਿਕਦਾ ਨਹੀਂ। ਉਹਦੇ ਮਨ ਰੂਪੀ ਖੇਤ ਅੰਦਰ ਜਿਹੜਾ ਜਲ ਹੈ ਮੀਂਹ ਦਾ ਟਿਕਦਾ ਨਹੀਂ, ਮੋਹਲੇ ਧਾਰ ਵਰਸ਼ਾ ਤੋਂ ਰੁੜ ਜਾਂਦਾ ਸਾਰਾ ਦਾ ਸਾਰਾ। ਪਰ ਕਥਾ ਜਿਹੜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਕਥਾ ਜਿਹੜੀ ਉਹ ਕਣੀ ਕਣੀ ਦਾ ਮੀਂਹ ਹੈ, ਉਹ ਝੜੀ ਹੈ, ਲਗਾਤਾਰ ਲੱਗੀ ਹੋਈ ਝੜੀ ਹੈ। ਕਣੀ ਕਣੀ ਦਾ ਮੀਂਹ ਹੈ, ਉਹਨੇ ਜਿੱਥੇ ਡਿੱਗਣਾ ਕਣੀ ਨੇ, ਉਹਨੇ ਜਿੱਥੇ ਵੀ ਜਿਹੜੇ ਹਿਰਦੇ 'ਚ ਡਿੱਗਣਾ ਉੱਥੇ ਝੱਸਦੀ ਜਾਣਾ, ਧਰਤੀ ਦੇ ਵਿੱਚ ਜਾਣਾ ਹੈ। ਬੀਜ ਪੁੰਗਰ ਪੈਂਦਾ ਫਿਰ ਕਥਾ ਦੇ ਰਾਹੀਂ, ਅੰਦਰੋਂ ਨਾਮ ਦਾ ਬੀਜ ਪੁੰਗਰ ਪੈਂਦਾ ਹੈ। ਇਸ ਗੱਲ ਨੂੰ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ, ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਮਹਾਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ਆਖਿਆ। ਤਿੰਨਾਂ ਪੰਕਤੀਆਂ 'ਚ ਗੱਲ ਕਹਿ ਜਾਣੀ ਹੈ ਮੈਂ, ਤਿੰਨਾਂ ਗੱਲਾਂ ਨਾਲ ਜੋੜ ਕੇ ਕਹਿੰਦੇ ਗੁਰਬਾਣੀ ਪੜ੍ਹਨੀ ਇੱਦਾਂ ਹੈ, ਜਹ ਕੂਬ ਕੀ ਖੇਤੀ ਹੋਏ, ਸਿੰਜਤ ਨੀਰ ਹਰੀ ਕਰ ਸੋਏ। ਜਿੰਨੇ ਖੇਤ ਜੋੜ ਕੇ ਸਿੰਜ ਲਈ ਆਪਣੀ ਖੇਤੀ, ਜਿੰਨੇ ਨਿਤਨੇਮ ਕਰ ਲਿਆ ਉਹਨੇ ਆਪਣੀ ਖੇਤੀ ਸਿੰਜ ਲਈ ਬਸ। ਪਰ ਕੀਰਤਨ ਹੈ ਮੇਘ ਕੀ ਵਰਖਾ, ਜੇ ਬਰਖਤ ਸਭ ਜੀਵਨ ਹਰਖਾ। ਕਿ ਕੀਰਤਨ ਜਿਹੜਾ ਆ ਉਹ ਮੇਘ ਦੀ ਵਰਖਾ ਆ, ਜਿੱਥੇ ਪਈ ਜਾਂਦਾ ਉੱਥੇ ਹੀ ਜੀਵਨ ਨੂੰ ਸੁੱਖ ਦੇਈ ਜਾਂਦਾ। ਪਰ ਮਨ ਵੱਟਾ ਪੱਕਾ ਕਰਕੇ ਰੱਖਣਾ ਪੈਂਦਾ ਮਨ ਨੂੰ, ਕਿਤੇ ਪਾਣੀ ਉੱਥੋਂ ਲੰਘ ਹੀ ਨਾ ਜਾਵੇ ਹੈਗਾ। ਪਰ ਕਥਾ ਸੁਣੋ ਮਹਾਨ, ਕਥਾ ਕੋ ਫਲ ਹੈ, ਝੜੀ ਲਾਏ ਜਿਵੇਂ ਬਰਖਤ, ਜਲ ਹੈ ਜਿਵੇਂ ਝੜੀ ਕਣੀ ਕਣੀ ਕਰਕੇ ਡਿੱਗਦੀ ਹੈ। ਸੋ ਭਾਈ ਕਦਾਰਾ ਜੀ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਹੈ, ਅਸੀਂ ਗੁਰਬਾਣੀ ਪੜ੍ਹਨੀ ਵੀ ਹੈ, ਅਸੀਂ ਕੀਰਤਨ ਵੀ ਸੁਣਨਾ ਹੈ, ਮਨ ਨੂੰ ਪੱਕਾ ਕਰਕੇ ਸੁਣਨਾ ਹੈ, ਮਨ ਦਾ ਵੱਟ ਬੰਨਾ ਪੱਕਾ ਕਰਕੇ ਸੁਣਨਾ, ਮਨ ਨੂੰ ਡੋਲਣ ਨਹੀਂ ਦੇਣਾ। ਪਰ ਕਥਾ ਜਿਹੜੀ ਝੜੀ ਵਾਂਗੂ ਵਰਸਦੀ ਹੈ, ਉਹਦੇ ਵਿੱਚ ਵੀ ਟਿਕਾ ਦੇ ਨਾਲ ਸੁਣਨੀ ਹੈ, ਤਾਂ ਕਿ ਮਨ ਦੀ ਖੇਤੀ ਹਰੀ ਹੋ ਜਾਵੇ। ਸੋ ਕਲਗੀਧਰ ਪਾਤਸ਼ਾਹ ਦਾ 20ਵਾਂ ਬਚਨ ਹੈ, ਗੁਰਬਾਣੀ ਦਾ ਕੀਰਤਨ ਤੇ ਕਥਾ ਰੋਜ਼ ਸੁਣਨਾ ਤੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।